Good morning, students. So I am Simranjit Singh, your account teacher. So ਅੱਜ ਦਾ ਆਪਣਾ ਟੌਪਿਕ ਹੈਗਾ ਅਕਾਊਂਟਿੰਗ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਪਾਰਟ 2। ਲਾਸਟ ਲੈਕਚਰ ਦੇ ਵਿੱਚ ਆਪਾਂ ਅਕਾਊਂਟਿੰਗ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਪਾਰਟ ਫਸਟ ਦੇ ਟੌਪਿਕ ਪੜ੍ਹੇ ਸੀਗੇ, ਜਿਹਦੇ ਵਿੱਚ ਆਪਾਂ NPO that means ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮੀਨਿੰਗ, ਉਹਦੇ ਫੀਚਰਸ ਐਂਡ ਦ ਡਿਫਰੈਂਸ ਬਿਟਵੀਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਂਡ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਸੀ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਜਿਹੜਾ ਆਪਣਾ ਮੇਨ ਟੌਪਿਕ ਆ ਉਹ ਹੈਗਾ ਅੱਜ ਦਾ ਅਕਾਊਂਟਿੰਗ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਪਾਰਟ 2 ਮੀਨਸ, ਜਿਹਦੇ ਵਿੱਚ ਆਪਾਂ ਫਾਈਨਲ ਅਕਾਊਂਟਸ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ। ਮੈਂ ਲਾਸਟ ਲੈਕਚਰ ਦੇ ਵਿੱਚ ਵੀ ਤੁਹਾਨੂੰ ਇਸ ਬਾਰੇ ਥੋੜਾ ਜਿਹਾ ਉਹਦੀ ਇੰਪੋਰਟੈਂਸ ਦੱਸੀ ਸੀ ਕਿ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਉਹ ਉਹਨਾਂ ਨੂੰ ਫਾਈਨਲ ਅਕਾਊਂਟ ਕਿਉਂ ਪ੍ਰਪੇਅਰ ਕਰਨੇ ਪੈਂਦੇ ਆ, ਉਹਨਾਂ ਨੂੰ ਬੁੱਕਸ ਆਫ ਅਕਾਊਂਟ ਕਿਉਂ ਬਣਾਉਣੇ ਪੈਂਦੇ ਆ। ਸੋ ਇੱਕ ਜੈਨੂਅਨ ਜਿਹਾ ਰੀਜ਼ਨ ਸੀਗਾ ਜਿਹਦੇ ਕਰਕੇ ਕੋਈ ਵੀ ਚੈਰੀਟੇਬਲ ਇੰਸਟੀਟਿਊਸ਼ਨ, ਕੋਈ ਵੀ ਟਰਸਟ ਜਿਹੜਾ ਸੁਸਾਇਟੀ ਦੇ ਸਰਵਿਸਿਜ਼ ਲਈ ਕੰਮ ਕਰਦਾ ਵਾ, ਕੋਈ ਵੀ ਚੈਰੀਟੇਬਲ ਹਸਪੀਟਲ, ਚੈਰੀਟੇਬਲ ਸਕੂਲ, ਉਹਨਾਂ ਨੂੰ ਬੁੱਕਸ ਆਫ ਅਕਾਊਂਟ ਮੇਨਟੇਨ ਕਰਨੇ ਪੈਂਦੇ ਆ ਬਿਕਾਜ਼ ਕਿ ਉਹ ਡੋਨੇਸ਼ਨ ਕਲੈਕਟ ਕਰਦੇ ਆ ਮੈਂਬਰਸ ਤੋਂ ਤੇ ਜਨਰਲ ਪਬਲਿਕ ਤੋਂ। ਤਾਂ ਜਿਹੜੀ ਵੀ ਉਹ ਡੋਨੇਸ਼ਨ ਕਲੈਕਟ ਕਰਦੇ ਆ, ਉਸ ਡੋਨੇਸ਼ਨ ਨੂੰ ਉਹਨਾਂ ਨੇ ਕਿੱਥੇ ਕਿੱਥੇ ਯੂਜ਼ ਕੀਤਾ, ਯੂਜ਼ ਕਰਕੇ ਕਿੰਨਾ ਪੈਸਾ ਬਚ ਗਿਆ, ਠੀਕ ਆ, ਉਹਦੀ ਇਨਫੋਰਮੇਸ਼ਨ ਮੈਂਬਰਸ ਨੂੰ, ਜਿਹੜੇ ਉਹ ਟਰਸਟ ਦੇ ਮੈਂਬਰਸ ਨੇ ਐਂਡ ਜਨਰਲ ਪਬਲਿਕ ਨੂੰ ਪ੍ਰੋਵਾਈਡ ਕਰਵਾਉਣੀ ਪੈਂਦੀ ਹੈ। ਅਦਰਵਾਈਜ਼ ਨੈਕਸਟ ਟਾਈਮ ਜਨਰਲ ਪਬਲਿਕ ਤੇ ਮੈਂਬਰਸ ਉਸ ਟਰਸਟ ਨੂੰ, ਉਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਨੈਕਸਟ ਟਾਈਮ ਫੰਡ ਪ੍ਰੋਵਾਈਡ ਨਹੀਂ ਕਰਾਉਣਗੇ ਬਿਕਾਜ਼ ਦੇ ਫੀਲ ਕਿ ਦੇ ਵੁੱਡ ਫੀਲ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹ ਸਾਡੇ ਨਾਲ ਫਰਾਡ ਕਰ ਰਹੀ ਆ, ਸਾਡਾ ਪੈਸਾ ਕਲੈਕਟ ਕਰ ਰਹੀ ਆ, ਬਟ ਇਹ ਪੈਸਾ ਕਿੱਥੇ ਯੂਜ਼ ਕਰ ਰਹੀ ਆ, ਕਿੰਨਾ ਪੈਸਾ ਬਚਿਆ ਹੋਇਆ, ਕਿੰਨਾ ਪੈਸਾ ਲੱਗ ਗਿਆ ਵਾ ਕਿਸੇ ਚੀਜ਼ ਦੇ ਉੱਤੇ, ਉਹਦੇ ਬਾਰੇ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਵਾਉਂਦੀ। ਸੋ ਇਟ ਇਜ਼ necessary for NPO, for non-profit organization, to maintain books of account, to prepare final accounts of non-profit organizations, ਠੀਕ ਆ। ਸੋ ਬੇਸਿਕਲੀ ਜਦੋਂ ਆਪਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਫਾਈਨਲ ਅਕਾਊਂਟ ਦੀ ਗੱਲ ਕਰਦੇ ਹਾਂ, ਸੋ ਇਹਨਾਂ ਨੂੰ ਕੈਸ਼ ਦੀ ਇਨਫੋਰਮੇਸ਼ਨ ਦੇ ਬਾਰੇ ਅਕਾਊਂਟ ਬਣਾਉਣੇ ਪੈਂਦੇ ਆ, ਐਕਸਪੈਂਸਿਸ ਦੀ ਇਨਫੋਰਮੇਸ਼ਨ ਬਾਰੇ ਅਕਾਊਂਟ ਬਣਾਉਣੇ ਪੈਂਦੇ ਆ, ਇਨਕਮ ਬਾਰੇ ਅਕਾਊਂਟ ਬਣਾਉਣੇ ਪੈਂਦੇ ਆ, ਤੇ ਉਸ ਟਰਸਟ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਡੈਟ ਮੀਨਸ ਬੈਲੈਂਸ ਸ਼ੀਟ, ਟੋਟਲ ਐਸੈਟਸ ਤੇ ਟੋਟਲ ਲਾਇਬਿਲਿਟੀਜ਼ ਕਿੰਨੀਆਂ ਨੇ, ਉਹਨਾਂ ਦੇ ਬਾਰੇ ਬੁੱਕਸ ਆਫ ਅਕਾਊਂਟ ਮੇਨਟੇਨ ਕਰਨੇ ਪੈਂਦੇ ਆ। ਸੋ ਲਾਈਕ ਟੂ ਮੇਨਟੇਨ cash information, to maintain summary of expenses, to maintain income detail, to maintain financial position of information. So ਇਸ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਬੁੱਕਸ ਦੇ ਵਿੱਚ ਮੇਨਟੇਨ ਕਰਨ ਨੂੰ they have to prepare financial accounts. ਸੋ ਜਦੋਂ ਆਪਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਫਾਈਨਲ ਅਕਾਊਂਟਸ ਦੀ ਗੱਲ ਕਰਦੇ ਹਾਂ, ਸੋ ਬੇਸਿਕਲੀ ਉਹਦੇ ਵਿੱਚ ਤਿੰਨ ਮੇਨ ਅਕਾਊਂਟਸ ਉਹ ਪ੍ਰਪੇਅਰ ਕਰਦੇ ਆ। ਫਰਸਟ ਇਜ਼ ਇਨਕਮ ਐਂਡ receipt and payment account, second income and expenditure account, and third is a balance sheet, ठीक है। receipt and payment account, income and expenditure account and balance sheet, so ਤਿੰਨੇ different ਨੇ, ਤਿੰਨਾਂ ਦਾ ਆਪਣਾ ਆਪਣਾ ਆਬਜੈਕਟਿਵ ਆ ਪ੍ਰਪੇਅਰ ਕਰਨ ਦਾ, ਤਿੰਨਾਂ ਤੋਂ ਆਪਾਂ ਨੂੰ ਡਿਫਰੈਂਟ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਆ। ਸੋ ਆਪਾਂ ਅੱਜ ਆਪਾਂ ਗੱਲ ਕਰਾਂਗੇ receipt and payment account and income and expenditure account ਬਾਰੇ। ਇਹਦੀ ਥਿਓਰੈਟੀਕਲ ਇਨਫੋਰਮੇਸ਼ਨ ਅੱਜ ਆਪਾਂ ਲਵਾਂਗੇ ਕਿ एक receipt and payment account ਕੀ ਆ, income and expenditure account ਕੀ ਆ, ਇਹ ਕਿਵੇਂ ਪ੍ਰਪੇਅਰ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ, ਇਹਨਾਂ ਦੇ ਫੀਚਰਸ ਕੀ ਨੇ, ਇਹਨਾਂ ਬਾਰੇ ਆਪਾਂ ਅੱਜ ਦੇ ਲੈਕਚਰ 'ਚ ਆਪਾਂ ਡਿਸਕਸ ਕਰਾਂਗੇ। ਸੋ ਫਰਸਟ ਇਜ਼ a receipt and payment account, ਠੀਕ ਆ। ਸੋ ਪਹਿਲਾ ਅਕਾਊਂਟ ਜਿਹੜਾ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਮੇਨਟੇਨ ਕਰਨਾ ਪੈਂਦਾ ਇਜ਼ receipts and payments account. ਸੋ ਬੇਸਿਕ ਪਹਿਲਾਂ ਆਪਾਂ ਇਸ ਵਰਡ ਨੂੰ ਸਮਝ ਲਈਏ, what are the receipts and what are the payments. receipt means ਕੋਈ ਵੀ ਇਨਕਮ, ਜਦ ਕੋਈ ਟਰਸਟ ਨੂੰ ਕੋਈ ਵੀ ਰਸੀਟ ਮਿਲਦੀ ਆ, ਰਸੀਟ ਨੂੰ ਤੁਸੀਂ ਇਨਕਮ ਵੀ ਕਹਿ ਸਕਦੇ ਹੋ, ਮੀਨਸ ਕਿ ਜਦੋਂ ਵੀ ਕੋਈ ਕੈਸ਼ ਦਾ ਇਨਫਲੋ ਹੁੰਦਾ ਇਟਸ ਕਾਲਡ ਰਸੀਟਸ। ਜਦ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਕੋਲ ਕੈਸ਼ ਦਾ ਇਨਫਲੋ ਹੋਊਗਾ, ਕੈਸ਼ ਉਹਨਾਂ ਕੋਲ ਆਊਗਾ, ਤਾਂ ਉਹ ਉਸ ਚੀਜ਼ ਨੂੰ ਕੀ ਕੰਸੀਡਰ ਕਰਦੇ ਆ, ਰਸੀਟਸ। ਤੇ ਸੇਮ ਲਾਈਕ ਜਦੋਂ ਕੈਸ਼ ਦੀ ਕੋਈ ਆਊਟਫਲੋ ਕਰਦੇ ਆ, ਕੈਸ਼ ਨੂੰ ਕਿਤੇ ਖਰਚਦੇ ਨੇ, ਕੈਸ਼ ਤੋਂ ਕੋਈ ਚੀਜ਼ ਪਰਚੇਜ਼ ਕਰਦੇ ਨੇ, ਕੋਈ ਜਿਹੜੇ ਉਹਨਾਂ ਨੇ ਕੋਈ ਉਹਨਾਂ ਨੂੰ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਰਨ ਕਰਨ ਲਈ ਜਿਹੜੇ ਐਕਸਪੈਂਸਿਸ ਬੀਅਰ ਕਰਨੇ ਪੈਂਦੇ ਉਹਨਾਂ ਦੀ ਪੇਮੈਂਟ ਕਰਦੇ ਨੇ, ਸੋ ਉਹਨਾਂ ਨੂੰ ਆਪਾਂ ਪੇਮੈਂਟਸ ਕਹਿੰਦੇ। ਸੋ ਰਸੀਟਸ ਮੀਨਸ ਕੈਸ਼ ਇਨਫਲੋ ਐਂਡ ਪੇਮੈਂਟਸ ਮੀਨਸ ਕੈਸ਼ ਆਊਟਫਲੋ, ਠੀਕ ਆ। ਸੋ ਇਸ ਵਰਡ ਨੂੰ ਧਿਆਨ ਨਾਲ ਸਮਝੋ, ਰਸੀਟਸ ਐਂਡ ਪੇਮੈਂਟ ਅਕਾਊਂਟ।
ਸੋ इस वर्ड तो अपन समझ आ गई कि रिसीट एंड पेमेंट्स अकाउंट की होगा जिहदे विच आपां इस इनफॉर्मेशन ਨੂੰ रिकॉर्ड करांगे कि टोटल ऑर्गेनाइजेशन कोल कितना पैसा इनफ्लो होया ते कितना पैसा आउटफ्लो होया कि टोटल कितना पैसा उन्होंने ड्यूरिंग द ईयर रिसीव किया एक ऑर्गेनाइजेशन ने ते टोटल कितना पैसा ड्यूरिंग द ईयर उन्होंने पे किया जां उन्होंने कित्थे कित्थे खर्चिया सो इहदे आपां फीचर्स पढ़ लैंदे आ फीचर्स तो तुहानूं फीचर्स कह लो जाए मीनिंग भी अंडरस्टैंड कर सकते हो तो थोड़ा बहुत क्लीयर कट अंडरस्टैंडिंग हो जाएगी कि व्हाट इज रिसीट एंड पेमेंट अकाउंट सो फर्स्ट इज इट्स ए कैश बुक ऑफ नॉन प्रॉफिट ऑर्गेनाइजेशन सो हुणे आपां गल कीती है कि रिसीट मतलब कैश इनफ्लो एंड पेमेंट मीनस कैश आउटफ्लो सो ये जिहड़ा अकाउंट आ ये किदां दा अकाउंट आ ये अकाउंट हैगा कैश बुक की तरह ਹੁਣ कैश बुक ਦੇ ਵਿੱਚ ਕੀ ਹੁੰਦਾ ਵਾ कैश बुक ਦੇ ਵਿੱਚ ਆਪਾਂ कैश इनफ्लो एंड कैश आउटफ्लो ਦੀ ਰਿਕਾਰਡਿੰਗ ਕਰਦੇ सो ਇਹਦੇ ਵਿੱਚ ਵੀ ਆਪਾਂ ਰਿਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਕੈਸ਼ ਇਨਫਲੋ ਤੇ ਕੈਸ਼ ਆਊਟਫਲੋ ਦੀ ਰਿਕਾਰਡਿੰਗ ਕਰਾਂਗੇ ਠੀਕ ਹੈ ਐਕਚੁਅਲ ਦੇ ਵਿੱਚ ਜਦ ਕੈਸ਼ ਰਿਸੀਵ ਹੋਊਗਾ ਤੇ ਐਕਚੁਅਲ ਦੇ ਵਿੱਚ ਜਦ ਕੈਸ਼ ਦੀ ਪੇਮੈਂਟ ਹੋਊਗੀ ਇਸ ਗੱਲ ਦਾ ਧਿਆਨ ਰੱਖਣਾ ਵਾ ਕਿ ਐਕਚੁਅਲ ਦੇ ਵਿੱਚ ਉਹ ਰਿਸੀਵਿੰਗ ਹੋਣੀ ਚਾਹੀਦੀ ਹੈ ਐਂਡ ਐਕਚੁਅਲ ਦੇ ਵਿੱਚ ਉਹਦੀ ਪੇਮੈਂਟ ਹੋਣੀ ਚਾਹੀਦੀ ਠੀਕ ਹੈ ਇਹ ਗੱਲ ਇੰਪੋਰਟੈਂਟ ਆ ਕਿਉਂਕਿ ਇਹੀ ਪੁਆਇੰਟ ਅੱਗੇ ਜਾ ਕੇ ਜਿਹੜਾ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਗੱਲ ਕਰਦੇ ਆ ਉਹਦੇ ਵਿੱਚ ਇਹ opposite ਹੋਊ ठीक है सो इस गल का ध्यान रखियो सो इट्स ए कैश बुक ऑफ नॉन प्रॉफिट ऑर्गेनाइजेशन मीन्स रिकॉर्डिंग ऑफ कैश एक्चुअली रिसीव्ड एंड रिकॉर्डिंग ऑफ कैश एक्चुअली पेड ठीक है सो इट्स ए कैश बुक ऑफ नॉन प्रॉफिट ऑर्गेनाइजेशन सेकंड discloses the cash balance at the beginning of the year total receipts payment of the cash during the year and balance of the cash in the hand at the end of the year ਸੋ ਜਿਹੜਾ ਰਿਸੀਟ ਐਂਡ ਪੇਮੈਂਟ ਅਕਾਊਂਟ ਆ ਇਹ ਬੇਸਿਕ ਆਪਾਂ ਨੂੰ ਚਾਰ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦਾ ਫਰਸਟ ਕਿ ਸਾਲ ਦੇ ਸਟਾਰਟ ਦੇ ਵਿੱਚ ਸਾਡੇ ਕੋਲ ਕਿੰਨਾ ਬੈਲੈਂਸ ਹੈਗਾ ਵਾ ਕੈਸ਼ ਦਾ ਡਿਊਰਿੰਗ ਦ ਈਅਰਸ ਅਸੀਂ ਕਿੰਨਾ ਕੈਸ਼ ਰਿਸੀਵ ਕੀਤਾ ਦੈਟ ਮੀਨਸ ਟੋਟਲ ਰਿਸੀਟਸ ਕਿੰਨੀਆਂ ਹੋਈਆਂ ਡਿਊਰਿੰਗ ਦ ਈਅਰ ਅਸੀਂ ਕਿੰਨਾ ਕੈਸ਼ ਦੀ ਪੇਮੈਂਟ ਕੀਤੀ ਐਕਚੁਅਲੀ ਕਿੰਨਾ ਕੈਸ਼ ਅਸੀਂ ਐਕਸਪੈਂਸਿਸ ਦੇ ਪੁਆਇੰਟ ਆਫ View ਤੋਂ ਪੇ ਕੀਤਾ ਕਿਸੇ ਨੂੰ ਸੈਲਰੀ ਦਿੱਤੀ ਕਿਸੇ ਦਾ ਰੈਂਟ ਪੇ ਕੀਤਾ ਠੀਕ ਆ ਐਕਚੁਅਲੀ ਕੈਸ਼ ਦੀ ਕਿੰਨੀ ਡਿਊਰਿੰਗ ਦ ਈਅਰ ਪੇਮੈਂਟ ਹੋਈ and after receiving after payment at the end of the year ਸਾਡੇ ਕੋਲ ਕਿੰਨਾ ਕੈਸ਼ ਬੈਲੈਂਸ ਬਚ ਗਿਆ ਸੋ ਚਾਰ ਮੇਨ ਚੀਜ਼ਾਂ ਤੇ ਇਹ ਫੋਕਸ ਕਰਦਾ ਜਿਹੜਾ ਰਿਸੀਟ ਐਂਡ ਪੇਮੈਂਟ ਅਕਾਊਂਟ ਆ ਫਰਸਟ ਕੈਸ਼ ਇਨ ਹੈਂਡ in the opening year of the year means कि in the beginning of the year ਸਾਡੇ ਕੋਲ ਟੋਟਲ ਕਿੰਨਾ ਕੈਸ਼ ਆ cash received during the year cash paid or means payments during the payments of cash during the year and balance of cash in hand at the end of the year. Third is this account consider both capital and revenue item. Very important. This account considers both capital and revenue item. So first of all ਤੁਹਾਨੂੰ ਇਹ ਚੀਜ਼ clear ਹੋਣੀ ਚਾਹੀਦੀ ਹੈ ਕਿ what are the capital items and what are the revenue items. ਸੋ ਕੈਪੀਟਲ ਆਈਟਮਸ ਨੂੰ ਤੁਸੀਂ ਸਮਝ ਸਕਦੇ ਹੋ ਕਿ ਜਿਹੜੀਆਂ ਟੋਟਲ ਰਸੀਟਸ ਐਂਡ ਟੋਟਲ ਪੇਮੈਂਟਸ ਬਹੁਤ ਜ਼ਿਆਦਾ ਅਮਾਉਂਟ 'ਚ ਹੋਣਗੀਆਂ ਉਹਨਾਂ ਨੂੰ ਆਪਾਂ ਕੈਪੀਟਲ ਆਈਟਮਸ ਕਹਿ ਸਕਦੇ ਹਾਂ ਕੈਪੀਟਲ ਆਈਟਮ ਕੈਸ਼ ਰਿਸੀਵਿੰਗ ਦੀ ਵੀ ਹੋ ਸਕਦੀ ਹੈ ਐਂਡ ਕੈਪੀਟਲ ਆਈਟਮ ਕੈਸ਼ ਪੇਮੈਂਟ ਦੀ ਵੀ ਹੋ ਸਕਦੀ ਹੈ ਮੀਨਸ ਕੈਪੀਟਲ ਮਤਲਬ ਕੈਪੀਟਲ ਆਈਟਮ ਉਹ ਆਈਟਮ ਹੁੰਦੀ ਹੈ ਜਿਹੜੀ ਆਪਾਂ ਲਾਈਕ ਬਾਰ-ਬਾਰ ਨਹੀਂ ਕਰਦੇ ਬਹੁਤ ਟਾਈਮ ਬਾਅਦ ਉਹਦੀ ਰਿਸੀਵਿੰਗ ਹੋਈ ਆ ਬਹੁਤ ਟਾਈਮ ਬਾਅਦ ਉਹਦੀ ਪੇਮੈਂਟਸ ਕੀਤੀ ਆ यदि मैं एग्जाम्पल देना फॉर एग्जाम्पल कि लाइक फॉर एग्जाम्पल तुसी कोई मशीनरी परचेज की थोड़ी एक ऐदा दी ऑर्गेनाइजेशन आ जिहदे लई मशीन दी लोड़ आ जां फॉर एग्जाम्पल तुसी हॉस्पिटल की गल कर लियो हॉस्पिटल दे विच आपां नूं कोई मैडिकल इक्विपमेंट परचेज करन दी लोड़ पै रही आ थोड़ी NPO आ एक चैरिटेबल हॉस्पिटल तुसी रन कर रहे हो उहदे विच एक मैडिकल इक्विपमेंट तुसी परचेज कर रहे हो आफ्टर 5 ईयर ਉਹਦੀ परचेजिंग हुई है सो ਹੁਣ ਜਦੋਂ ਤੁਸੀਂ ਇੱਕ ਇਕਵਿਪਮੈਂਟ ਪਰਚੇਸ ਕਰੋਗੇ ਇਹਦੀ ਜਿਹੜੀ ਪੇਮੈਂਟ ਕਰੋਗੇ ਇਟ ਇਜ਼ ਅ ਕੈਪੀਟਲ ਪੇਮੈਂਟ ਬਿਕਾਜ਼ ਕਿ ਜਿਹੜਾ ਤੁਸੀਂ ਮੈਡੀਕਲ ਇਕਵਿਪਮੈਂਟ ਪਰਚੇਸ ਕੀਤਾ ਵਾ ਉਹ ਬਹੁਤ ਟਾਈਮ ਬਾਅਦ ਪਰਚੇਸ ਕੀਤਾ ਉਹਦੀ ਬਾਰ-ਬਾਰ ਪਰਚੇਸਿੰਗ ਨਹੀਂ ਕਰਨੀ ਐਵੇਂ ਨਹੀਂ ਕਿ ਅੱਜ ਵੀ ਪਰਚੇਸ ਕੀਤਾ ਕੱਲ ਵੀ ਪਰਚੇਸ ਕੀਤਾ ਐਵਰੀ ਮੰਥ ਪਰਚੇਸ ਕੀਤਾ ਨੈਕਸਟ ਮੰਥ ਵੀ ਪਰਚੇਸ ਕੀਤਾ ਨਹੀਂ ਐਦਾਂ ਨਹੀਂ ਹੋਊਗਾ ਸੋ ਕੋਈ ਵੀ ਐਦਾਂ ਦੀ ਪੇਮੈਂਟ ਜਾਂ ਕੋਈ ਵੀ ਐਦਾਂ ਦੀ ਰਿਸੀਵਿੰਗ ਜਿਹਦੀ ਰਿਸੀਵਿੰਗ ਐਂਡ ਪੇਮੈਂਟ ਲਾਈਕ ਬਹੁਤ ਆਫਟਰ ਸਮ ਪੀਰੀਅਡ ਬਾਅਦ ਹੁੰਦੀ ਆ ਇੱਕ ਲੌਂਗ ਟਾਈਮ ਬਾਅਦ ਆਪਾਂ ਉਹਦੀ ਪੇਮੈਂਟ ਕਰਦੇ ਹਾਂ ਜਾਂ ਲੌਂਗ ਟਾਈਮ ਪੇਮੈਂਟ ਟਾਈਮ ਪੀਰੀਅਡ ਬਾਅਦ ਉਹਦੀ ਰਿਸੀਵਿੰਗ ਹੁੰਦੀ ਆ ਇਟਸ ਕਾਲਡ ਕੈਪੀਟਲ ਆਈਟਮ ਠੀਕ ਆ ਇਸ ਤੋਂ ਆਪੋਜ਼ਿਟ ਆਪਣੇ ਕੋਲ ਇੱਕ ਆਈਟਮ ਹੁੰਦੀਆਂ ਨੇ ਰੈਵਨਿਊ ਆਈਟਮ ਸੋ ਰੈਵਨਿਊ ਆਈਟਮ ਟੋਟਲੀ ਆਪੋਜ਼ਿਟ ਨੇ ਰੈਵਨਿਊ ਆਈਟਮ ਸੋ ਆਈਟਮਸ ਹੁੰਦੀਆਂ ਨੇ ਜਿਹੜੀਆਂ ਰੈਕਰਿੰਗ ਨੇਚਰ ਦੀਆਂ ਨੇ ਮੀਨਸ ਉਹ ਬਾਰ-ਬਾਰ ਇੰਕਰ ਹੋਣਗੀਆਂ
ਐਵਰੀ ਡੇ ਐਵਰੀ ਮੰਥ, मतलब बार बार ਤੁਸੀਂ ਉਹਦੀ ਪੇਮੈਂਟ ਕਰਦੇ ਹੋ, ਬਾਰ ਬਾਰ ਤੁਹਾਨੂੰ ਰਿਸੀਵਿੰਗ ਹੋਣੀ ਆ। ਫੋਰ ਐਗਜ਼ਾਮਪਲ ਡੋਨੇਸ਼ਨ ਤੁਹਾਨੂੰ ਅੱਜ ਵੀ ਮਿਲੂਗੀ, ਕੱਲ ਵੀ ਮਿਲੂਗੀ, ਪਰਸੋਂ ਵੀ ਮਿਲ ਸਕਦੀ ਹੈ, ਨੈਕਸਟ ਮੰਥ ਵੀ ਮਿਲ ਸਕਦੀ ਹੈ। ਸੋ ਇਟਸ ਕਾਲਡ ਰੈਵਨਿਊ ਆਈਟਮ, ਉਹ ਤੁਹਾਡੀ ਰੈਵਨਿਊ ਰਿਸੀਟ ਹੋਗੀ। ਸੇਮ ਲਾਈਕ ਕੋਈ ਸੈਲਰੀ ਪੇ ਕੀਤੀ ਹੈ, ਅੱਜ ਦੇ ਮਹੀਨੇ ਵੀ ਸੈਲਰੀ ਪੇ ਕਰੋਗੇ, ਨੈਕਸਟ ਮੰਥ ਦੀ ਵੀ ਸੈਲਰੀ ਪੇ ਕਰੋਗੇ। ਸੋ ਉਹ ਜਿਹੜੀ ਪੇਮੈਂਟ ਹੋਗੀ ਇਟਸ ਕਾਲਡ ਰੈਵਨਿਊ ਪੇਮੈਂਟਸ। ਸੋ ਬਹੁਤ ਡਿਫਰੈਂਟਲੀ ਕਲੀਅਰ ਆ। ਕੈਪੀਟਲ ਆਈਟਮਸ ਉਹ ਆਈਟਮਸ ਨੇ ਜਿਹੜੀਆਂ ਰੈਕਰਿੰਗ ਨੇਚਰ ਦੀਆਂ ਨਹੀਂ ਹੈਗੀਆਂ, ਇਹਨੂੰ ਨਾਨ ਰੈਕਰਿੰਗ ਨੇਚਰ ਦੀਆਂ ਕਹਿੰਦੇ। ਨਾਨ ਰੈਕਰਿੰਗ ਨੇਚਰ ਮੀਨਸ ਜਿਹੜੀਆਂ ਬਾਰ-ਬਾਰ ਨਹੀਂ ਹੁੰਦੀਆਂ, ਆਫਟਰ ਲੌਂਗ ਪੀਰੀਅਡ ਆਫ ਟਾਈਮ ਬਾਅਦ ਹੁੰਦੀਆਂ ਨੇ। ਐਂਡ ਰੈਵਨਿਊ ਆਈਟਮਸ ਉਹ ਆਈਟਮਸ ਨੇ ਜਿਹੜੀਆਂ ਰੈਕਰਿੰਗ ਨੇਚਰ ਦੀਆਂ ਹੋਣਗੀਆਂ, ਜਿਹੜੀਆਂ ਬਾਰ-ਬਾਰ ਹੋਣਗੀਆਂ। ਸੋ ਇਹ ਜਿਹੜਾ ਫੀਚਰ ਕੀ ਹੈ ਇਹਦਾ, ਦਿਸ ਅਕਾਊਂਟ ਕੰਸੀਡਰਸ ਬੋਥ ਕੈਪੀਟਲ ਐਂਡ ਰੈਵਨਿਊ ਆਈਟਮਸ। ਸੋ ਇਸ ਅਕਾਊਂਟ ਦੇ ਵਿੱਚ ਆਪਾਂ ਕੋਈ ਪਾਰਸ਼ੈਲਿਟੀ ਨਹੀਂ ਕਰਨੀ, ਟੋਟਲ ਆਪਾਂ ਰਸੀਟ ਦੇਖਣੀ ਆ ਕਿ ਵੈਦਰ ਉਹ ਕੈਪੀਟਲ ਰਸੀਟ ਆ, ਵੈਦਰ ਉਹ ਰੈਵਨਿਊ ਰਸੀਟ ਆ, ਤਾਂ ਉਹਨੂੰ ਰਿਕਾਰਡ ਕਰ ਲਓ। ਸੇਮ ਲਾਈਕ ਵੈਦਰ ਉਹ ਕੈਪੀਟਲ ਪੇਮੈਂਟ ਆ, ਵੈਦਰ ਉਹ ਰੈਵਨਿਊ ਪੇਮੈਂਟ ਆ, ਉਹਨੂੰ ਆਪਾਂ ਰਿਕਾਰਡ ਕਰ ਲਾਂਗੇ। ਠੀਕ ਆ। ਸੋ ਇਹ ਜਿਹੜਾ ਅਕਾਊਂਟ ਆ ਬੋਥ ਕੈਪੀਟਲ ਐਂਡ ਰੈਵਨਿਊ ਆਈਟਮਸ ਦੀ ਰਿਕਾਰਡਿੰਗ ਕਰਦਾ। Next is this account may include income and expenses relating to the other years receipt paid during the current year. Very important। ठीक है कि ये ਜਿਹੜਾ receipt and payment account ਆ, ਇਹਦੇ ਵਿੱਚ ਆਪਾਂ ਇੱਕ ਚੀਜ਼ ਬਹੁਤ ਜਿਹੜੀ ਇੰਪੋਰਟੈਂਟ ਆ ਉਹ ਹੈਗੀ ਆ ਕਿ ਕੈਸ਼ ਰਿਸੀਵਡ ਔਰ ਕੈਸ਼ ਪੇਮੈਂਟਸ ਡਿਊਰਿੰਗ ਦੀ ਈਅਰ। ਆਪਾਂ ਕੀ ਦੇਖਣਾ ਵਾ ਕਿ ਕੈਸ਼ ਆਪਾਂ ਨੂੰ ਰਿਸੀਟ ਹੋਇਆ, ਕੋਈ ਕੈਸ਼ ਦਾ ਇਨਫਲੋ ਹੋਇਆ ਡਿਊਰਿੰਗ ਦਾ ਈਅਰ ਹੋਇਆ, ਜਿਹੜੇ ਈਅਰ ਦਾ ਆਪਾਂ ਰਿਸੀਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹਾਂ। ਫੋਰ ਐਗਜ਼ਾਮਪਲ ਆਪਾਂ ਰਿਸੀਟ ਐਂਡ ਅਕਾਊਂਟ ਬਣਾ ਰਹੇ ਹਾਂ 18-19 ਦਾ, 1 ਅਪ੍ਰੈਲ 18 ਤੋਂ ਲੈ ਕੇ 31 ਮਾਰਚ 19 ਤੱਕ 18-19 ਦਾ ਆਪਾਂ ਰਿਸੀਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹਾਂ। ਹੁਣ ਆਪਾਂ ਇੱਕ ਚੀਜ਼ ਮਾਈਂਡ 'ਚ ਰੱਖਣੀ ਆ ਕਿ ਜਦੋਂ ਵੀ ਆਪਾਂ ਰਿਸੀਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹਾਂ, ਆਪਾਂ ਇਹ ਚੀਜ਼ ਦੇਖਣੀ ਹੈ ਕਿ ਡਿਊਰਿੰਗ ਦਾ 18-19 ਆਪਣੇ ਕੋਲ ਕਿੰਨਾ ਕੈਸ਼ ਇਨਫਲੋ ਹੋਇਆ। ਵੈਦਰ ਉਹ ਕੈਪੀਟਲ ਨੇਚਰ ਦਾ ਸੀਗਾ, ਵੈਦਰ ਉਹ ਰੈਵਨਿਊ ਨੇਚਰ ਦਾ ਸੀਗਾ, ਵੈਦਰ ਉਹ ਇਸ ਸਾਲ ਨਾਲ ਰਿਲੇਟਡ ਸੀ ਜਾਂ ਪਿਛਲੇ ਸਾਲ ਨਾਲ ਰਿਲੇਟਡ ਸੀ ਜਾਂ ਅਗਲੇ ਸਾਲ ਨਾਲ ਰਿਲੇਟਡ ਆ, ਮਿਲਿਆ ਤੁਹਾਨੂੰ 18-19 ਦੇ ਵਿੱਚ ਕੰਸੀਡਰ ਕਰ ਲਓ, ਉਹਨੂੰ ਰਿਕਾਰਡ ਕਰ ਲਓ। ਠੀਕ ਆ। ਮੈਂ ਅਗੇਨ ਤੁਹਾਨੂੰ ਇਹ ਪੁਆਇੰਟ ਡਿਟੇਲ 'ਚ ਐਕਸਪਲੇਨ ਕਰ ਰਿਹਾ ਕਿ ਡਿਊਰਿੰਗ ਦਾ ਕਰੰਟ ਈਅਰ ਜਿਹੜੇ ਸਾਲ ਦਾ ਤੁਸੀਂ ਰਿਸੀਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹੋ, ਉਸ ਸਾਲ ਦੇ ਵਿੱਚ ਅਗਰ ਤੁਹਾਨੂੰ ਕੈਸ਼ ਚਾਹੇ ਅਗਲੇ ਸਾਲ ਦਾ ਮਿਲਿਆ ਵਾ, ਚਾਹੇ ਪ੍ਰੀਵੀਅਸ ਈਅਰ ਦਾ ਮਿਲਿਆ ਵਾ, ਅਗਰ ਤੁਸੀਂ ਉਸ ਸਾਲ 'ਚ ਉਹਦੀ ਰਿਸੀਵਿੰਗ ਕੀਤੀ ਆ ਜਾਂ ਪੇਮੈਂਟ ਕੀਤੀ ਆ, ਤੁਸੀਂ ਉਹਨੂੰ ਰਿਕਾਰਡ ਕਰ ਲਓ। ਡਜ਼ਨਟ ਮੈਟਰ ਚਾਹੇ ਉਹ ਜਿਹੜਾ ਕੈਸ਼ ਸੀਗਾ ਪਿਛਲੇ ਸਾਲ ਦਾ ਰੇਟ ਸੀਗਾ, ਮਿਲਿਆ ਇਸ ਸਾਲ ਆ, ਜਿਸ ਸਾਲ ਮਿਲਿਆ ਵਾ ਉਸ ਸਾਲ ਦਾ ਰਿਸੀਟ ਐਂਡ ਪੇਮੈਂਟ ਅਕਾਊਂਟ ਬਣਾ ਰਹੇ ਹੋ, ਉਸ ਸਾਲ 'ਚ ਉਹਦੀ ਰਿਕਾਰਡਿੰਗ ਹੋਊਗੀ। ਅਗਲੇ ਸਾਲਾਂ ਦਾ ਤੁਹਾਨੂੰ ਪਹਿਲਾਂ ਹੀ ਮਿਲ ਗਿਆ, ਐਡਵਾਂਸ 'ਚ ਮਿਲ ਗਿਆ, ਰਿਸੀਵ ਕਰ ਲਿਆ, ਆਸ ਈਅਰ 'ਚ ਰਿਸੀਵ ਕਰ ਲਿਆ, ਰਿਸੀਟ ਐਂਡ ਪੇਮੈਂਟ ਆ ਸਾਲ ਦਾ ਬਣਾ ਰਹੇ ਆ, ਇੱਥੇ ਉਹਦੀ ਰਿਕਾਰਡਿੰਗ ਹੋਊਗੀ। ਸੋ clear cut given are this account may include income and expenses relating to others year received paid during the current year। ਚਾਹੇ ਦੂਸਰੇ ਸਾਲਾਂ ਦਾ ਹੋਵੇ, ਪਿਛਲੇ ਸਾਲ ਦਾ ਹੋਵੇ, ਅਗਲੇ ਸਾਲ ਦਾ ਹੋਵੇ, ਆਪਾਂ ਉਹਨੂੰ ਕੰਸੀਡਰ ਕਰ ਲੈਣਾ। ਚਾਹੇ ਉਹ ਇਨਕਮ ਨੇਚਰ ਦਾ ਆਈਟਮ ਹੋਵੇ, ਚਾਹੇ ਐਕਸਪੈਂਸ ਨੇਚਰ ਦੀ ਆਈਟਮ ਹੋਵੇ। ਐਕਸਪੈਂਸ ਨੇਚਰ ਮੀਨਸ ਕੋਈ ਖਰਚਾ ਸੀਗਾ ਪਿਛਲੇ ਸਾਲ ਦਾ ਖਰਚਾ, ਹੁਣ ਕੀਤਾ, ਹੁਣ ਪੇਮੈਂਟ ਹੋਈ ਹੈ, ਰਿਕਾਰਡ ਕਰੋ। ਕਿਸੇ ਐਡਵਾਂਸ ਈਅਰ ਦਾ ਖਰਚਾ, ਅਗਲੇ ਸਾਲ ਦਾ ਖਰਚਾ ਹੁਣ ਕਰਤਾ, ਪਹਿਲਾਂ ਹੀ ਉਹਦੀ ਐਡਵਾਂਸ ਪੇਮੈਂਟ ਕਰਤੀ ਤੁਸੀਂ, ਉਹਦੀ recording होगी receipt and payment account। ठीक है। So this account may include income and expenses relating to others year received and paid during the current year। okay, so next ਆਪਾਂ ਇਹਦੇ features ਕਰ ਲੈਣੇ ਆ, meaning ਚ ਸੀਗੇ, ਹੁਣ feature ਵੀ almost ਇਹਦੇ ਵਰਗੇ ਨੇ। so first feature ਹੈਗਾ it is a summary of cash book, all receipts shown on debit side and all payments shown on credit side। so ਹੁਣੇ ਆਪਾਂ ਗੱਲ ਕੀਤੀ ਸੀ, so ਜਿਹੜਾ receipt and payment account ਆ it's kind of ਕੈਸ਼ ਬੁੱਕ। ਸੋ ਕੈਸ਼ ਬੁੱਕ ਦੇ ਡੈਬਿਟ ਸਾਈਡ ਤੇ ਆਪਾਂ ਜਿਹੜਾ ਰਿਸੀਟ ਐਂਡ ਪੇਮੈਂਟ ਅਕਾਊਂਟ ਹੈ ਇਹਦੀ ਡੈਬਿਟ ਸਾਈਡ ਤੇ ਆਲ ਕੈਸ਼ ਰਿਸੀਵਡ ਪਾਉਣੀਆਂ ਨੇ, ਮੀਨਸ ਕਿੱਥੋਂ ਕਿੱਥੋਂ ਕੈਸ਼ ਆਪਾਂ ਨੂੰ ਰਿਸੀਵ ਹੋਇਆ, ਕਿੱਥੋਂ ਕਿੱਥੋਂ ਆਪਾਂ ਨੂੰ ਕੈਸ਼ ਦੀ ਇਨਫਲੋ ਹੋਈ। ਐਂਡ ਕ੍ਰੈਡਿਟ ਸਾਈਡ ਦੇ ਉੱਤੇ ਆਲ ਪੇਮੈਂਟਸ ਪਾਉਣੀਆਂ ਨੇ, ਪੇਮੈਂਟਸ ਕਿੱਥੇ ਕਿੱਥੇ ਕੀਤੀਆਂ, ਪੇਡ, ਐਕਚੁਅਲੀ ਪੇਡ ਜਿਹੜੀਆਂ ਕੀਤੀਆਂ ਨੇ। ਐਕਚੁਅਲੀ ਪੇਡ ਦਾ ਵਰਡ ਬਹੁਤ ਇੰਪੋਰਟੈਂਟ ਹੈ ਕਿਉਂਕਿ ਐਕਚੁਅਲੀ ਕੈਸ਼ ਪੇਡ ਹੋਣਾ ਚਾਹੀਦਾ। ਐਂਡ ਲਾਈਕ ਕਿੱਥੋਂ ਕਿੱਥੋਂ ਕੈਸ਼ ਦੀ ਆਊਟਫਲੋ ਹੋਇਆ, ਮਤਲਬ ਵੀ ਐਕਚੁਅਲੀ ਕੈਸ਼ ਤੁਹਾਡੇ ਆਊਟਫਲੋ ਅਗਰ ਹੋਇਆ ਤਾਂ ਉਹ ਕ੍ਰੈਡਿਟ ਸਾਈਡ ਰਿਕਾਰਡ ਕਰਨਾ। ਸੋ ਡੈਬਿਟ ਸਾਈਡ ਆਲ ਰਿਸੀਟਸ ਐਂਡ ਕ੍ਰੈਡਿਟ ਸਾਈਡ ਆਲ ਲਾਈਕ ਪੇਮੈਂਟਸ। starts with the opening balance of cash and ends with the closing balance of cash। so ਇਹ ਜਿਹੜਾ ਅਕਾਊਂਟ ਆ ਇਹ ਸਟਾਰਟ ਕਿੱਥੋਂ ਹੁੰਦਾ, opening balance of cash ਤੋਂ। ਠੀਕ ਆ। so opening balance of cash ਆਪਾਂ ਡੈਬਿਟ ਸਾਈਡ ਰਿਕਾਰਡ ਕਰਦੇ ਹਾਂ, then ਡੈਬਿਟ ਸਾਈਡ ਆਪਾਂ ਰਿਕਾਰਡ ਕਰਦੇ ਹਾਂ all cash receipts, then ਕ੍ਰੈਡਿਟ ਸਾਈਡ ਤੇ ਆਪਾਂ ਰਿਕਾਰਡ ਕਰਦੇ ਹਾਂ all cash payments। ਤੇ ਜਦ ਡੈਬਿਟ ਸਾਈਡ ਦੇ ਟੋਟਲ ਦੇ ਵਿੱਚੋਂ ਕ੍ਰੈਡਿਟ ਸਾਈਡ ਦਾ ਟੋਟਲ ਲੈਸ ਕੀਤਾ ਜਾਂਦਾ ਤਾਂ ਐਟ ਦਾ ਐਂਡ ਆਫ ਦਾ ਈਅਰ ਆਪਣੇ ਕੋਲ ਕੀ ਬਚਦਾ ਵਾ,
कैश बैलेंस एट द एंड ऑफ द ईयर कि कैश का कितना बैलेंस बचा टोटल ओपनिंग बैलेंस प्लस रिसीट्स माइनस पेमेंट्स इज इक्वल टू कैश बैलेंस एट द एंड ऑफ द ईयर सो ये ਜਿਹੜਾ ਅਕਾਊਂਟ ਆ ਇਹ ਸਟਾਰਟ ਹੁੰਦਾ ਓਪਨਿੰਗ ਬੈਲੈਂਸ ਤੋਂ ਤੇ ਐਂਡ ਹੁੰਦਾ ਕਲੋਜ਼ਿੰਗ ਬੈਲੈਂਸ it is not part of a double entry system so ਇਹਦੇ ਵਿੱਚ ਡਬਲ ਐਂਟਰੀ ਸਿਸਟਮ ਦੀ ਕੋਈ ਗੱਲ ਨਹੀਂ ਹੋ ਰਹੀ ਮੀਨਸ ਡੈਬਿਟ ਕ੍ਰੈਡਿਟ ਮਤਲਬ ਡੈਬਿਟ ਕ੍ਰੈਡਿਟ ਵਰਡ ਦਾ ਯੂਜ਼ ਹੋ ਰਿਹਾ ਬਟ ਡਬਲ ਐਂਟਰੀ ਸਿਸਟਮ ਦੀ ਕੋਈ ਗੱਲ ਨਹੀਂ ਹੈ ਇਟ ਰਿਕਾਰਡਸ ਦ ਰੈਵਨਿਊ ਐਂਡ ਕੈਪੀਟਲ ਆਈਟਮਸ ਹੁਣੇ ਆਪਾਂ ਲਾਸਟ ਮੀਨਿੰਗ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਰੈਵਨਿਊ ਨੇਚਰ ਦੀਆਂ ਆਈਟਮਸ ਜਿਹੜੀਆਂ ਰੈਕਰਿੰਗ ਨੇਚਰ ਦੀਆਂ ਨੇ ਬਾਰ-ਬਾਰ ਹੁੰਦੀਆਂ ਨੇ ਉਹ ਵੀ ਇਨਕਲੂਡ ਕਰਦੇ ਨੇ ਕੈਪੀਟਲ ਨੇਚਰ ਦੀਆਂ ਜਿਹੜੀ ਨਾਨ ਰੈਕਰਿੰਗ ਨੇਚਰ ਦੀਆਂ ਨੇ ਬਾਰ-ਬਾਰ ਨਹੀਂ ਹੁੰਦੀਆਂ ਆਫਟਰ ਲੌਂਗ ਪੀਰੀਅਡ ਬਾਅਦ ਹੁੰਦੀਆਂ ਨੇ ਉਹ ਵੀ ਆਪਾਂ ਰਿਕਾਰਡ ਕਰ ਰਹੇ ਨੇ so it records only the actual cash received and cash paid during the current year whether cash related to previous year ਹੁਣੇ ਆਪਾਂ ਗੱਲ ਕੀਤੀ ਸੀ ਪਿਛਲੇ ਪਾਠ ਚ ਕਿ actually cash received and actually cash paid during the current year ਚਾਹੇ ਉਹ ਕੈਸ਼ ਰਿਸੀਵਡ ਪਿਛਲੇ ਸਾਲਾਂ ਦਾ ਹੋਵੇ ਅਗਲੇ ਸਾਲਾਂ ਦਾ ਹੋਵੇ ਐਕਚੁਅਲ ਰਿਸੀਵ ਕੀਤਾ ਕਰੰਟ ਈਅਰ ਚ ਪ੍ਰੀਵੀਅਸ ਕਰੰਟ ਈਅਰ ਚ ਰਿਸੀਵ ਕੀਤਾ ਐਡ ਹੋਊਗਾ ਰਿਸੀਟ ਐਂਡ ਪੇਮੈਂਟ ਅਕਾਊਂਟ सेम एक्चुअली कैश पे किया चाहे वो पिछले साल का पे किया चाहे अगले साल का एडवांस पे किया एक्चुअली पे किया इस साल तो इस साल का रिसीट एंड पेमेंट अकाउंट च ओदी एंट्री होगी ठीक है सो ये फीचर सीगे सो नैक्सट आप परफॉर्मा देख लेने परफॉर्मा ऑफ रिसीट एंड पेमेंट अकाउंट सो हुणे आप जो गल की कि दो साइड्स ने डेबिट साइड एंड क्रेडिट साइड बट ये आप डबल एंट्री सिस्टम यूज नहीं करते बट डेबिट क्रेडिट वर्ड जरूर यूज करते हैं सो डेबिट स्टार्ट होंदा ओपनिंग बैलेंस ऑफ कैश के जिवें ये लिखा भी है टू बैलेंस ओपनिंग कैश इन हैंड एंड कैश एट बैंक चाहे कैश है कैश हो चाहे बैंक हो सो ओपनिंग बैलेंस ना स्टार्ट होगा नैक्सट लैगसीज लैग मतलब मेन है टोटल आइटम्स दसिया हुई ने कि मैक्सिमम टू मैक्सिमम कितनी आइटम्स डेबिट साइड से रिकॉर्ड हो सकती हैं मैक्सिमम टू मैक्सिमम कितनी आइटम्स क्रेडिट साइड से रिकॉर्ड हो सकती हैं सो टू लैगसीज मैं थोड़ा डिटेल च दस देना थोड़ा जिहा आप डिटेल च कर लेने नाल दी नाल लैगसीज होंदियां ने कि लाइक फॉर एग्जांपल किसी पर्सन ने लैगसी का मतलब है जायदाद ठीक है तो एक किसी पर्सन ने अपनी सारी जायदाद अपनी सारी प्रॉपर्टी जो भी लैंड एंड बिल्डिंग जो भी सी किसी पर्सन ने अपनी सारी लैगसी सारी जायदाद ट्रस्ट के नाम करती ट्रस्ट ਨੂੰ देती सो उत्थे ਆਪਾਂ रिसीव ਕੀਤਾ ਵਾ ਉਹਦੀ कैपिटल नेचर ਦੀ आइटम ਨੂੰ रिसीव ਕੀਤਾ ठीक है सो वो की होगी टू लैगसीज ਇਹ कैपिटल नेचर ਦੀ आइटम ਹੁੰਦੀ ਹੈ बार-बार मिल रोज नहीं मिलती कदे कोई ਤੁਹਾਨੂੰ अपनी लैगसी ਤੁਹਾਡੇ ਲਾਈਕ ਐਨਪੀਓ ਨੂੰ ਜਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦਿੰਦਾ ਵਾ ਸੋ ਟੂ ਲੈਗੇਸੀ ਆਪਾਂ ਆਪਣੇ ਕੋਲ ਇੱਕ ਕੈਸ਼ ਸ਼ੀਟ ਆ ਦੈਨ ਟੂ ਡੋਨੇਸ਼ਨ ਜਰਨਲ ਨੇਚਰ ਦੀ ਹੋਵੇ ਸਪੈਸੀਫਿਕ ਨੇਚਰ ਦੀ ਡੋਨੇਸ਼ਨ ਆਪਾਂ ਨੂੰ ਪਤਾ ਹੀ ਆ ਇਹ ਰੈਵਨਿਊ ਨੇਚਰ ਦੀ ਆਈਟਮ ਆ ਬਾਰ-ਬਾਰ ਹੋਣੀ ਹੈ ਜਰਨਲ ਨੇਚਰ ਦਾ ਮਤਲਬ ਕਿ ਸਪੈਸੀਫਿਕ ਚੀਜ਼ ਲਈ ਦਿੱਤੀ ਹੋਵੇ ਜਰਨਲ मतलब सॉरी कोई भी आम हो सकते हैं स्पैसीफिक का मतलब किसी स्पैसीफिक चीज़ ਨੂੰ परचेज ਕਰਨ ਦੀ ਡੋਨੇਸ਼ਨ ਦਿੱਤੀ ਹੋ ਦੈਨ ਟੂ ਮੈਂਬਰਸ਼ਿਪ ਫੀ ਆਪਾਂ ਗੱਲ ਕੀਤੀ ਸੀ ਕਿ ਟਰਸਟ ਦੇ ਮੈਂਬਰ ਹੋਣਗੇ और मैंबर बनने के लिए मैंबरस को कोई पेमेंट करनी पैंती है इट्स कॉल्ड मैंबरशिप फी सो ट्रस्ट लिए किया वो एक कैश रिसीट है कैश का इनफ्लो दैन टू एंट्रेंस फी सेम लाइक ये भी एक एंट्रेंस फी है मैंबरस बनने के लिए कोई एंट्रेंस फी पे होगी दैन एंडोमेंट फंड रिसीट का मतलब है कि कई बार मैंबर की करते हैं इन्वेस्टमेंट करते हैं थोड़े फंड थोड़े लाइक ट्रस्ट के चैरिटेबल हॉस्पिटल अपनी इन्वेस्टमेंट करते हैं ठीक है सो उन्होंने आप एंडामेंट फंड वर्ड यूज करते हैं दैन टू ग्रांट्स गौरमेंट अपन ग्रांट्स दी है टू सबसक्रिप्शन का मतलब है कि उस मैंबरशिप को कंटिन्यू रखने के लिए मैंबरस जो हरेक साल कुछ पेमेंट करनी पैंती है इट्स कॉल्ड सबसक्रिप्शन सो मैंबरशिप तो मिल गई मैंबर बट उन्होंने कंटिन्यू रखने लिए जी हरेक साल रेगुलर पेमेंट होगी इट्स कॉल्ड सबसक्रिप्शन सो भी ट्रस्ट लिए की है एक नॉन प्रॉफिट ऑर्गेनाइजेशन लिए की है कैश रिसीट दैन टू रिसीट ऑन अकाउंट ठीक है टूर्नामेंट फंड ओके कोई जनरल फंड सेल ऑफ इन्वेस्टमेंट कोई इन्वेस्टमेंट सेल की सेल ऑफ फिक्स एसेट किसी मशीनरी की सेल करती सेल ऑफ कंज्यूमेबल आइटम्स कोई छोटे छोटे आइटम्स की सेल करती टू प्रोसीड फ्रॉम एंटरटेनमेंट कोई एंटरटेनमेंट फॉर एग्जांपल कोई आप कोई शो ऑर्गेनाइज करता तो पैसा आया वो टिकट तो पैसा आया दैन सेल ऑफ ओल्ड न्यूज़पेपर मैगजीन मिसलेनियस रिसीट कोई होर रिसीव की है बैलेंस ये बैलेंस कैरी डाउन निकलूगा अगर ये अपने को इधरला क्रेडिट साइड अगर ज़्यादा होगी क्रेडिट साइड अगर ज़्यादा होगी दैन फिर अपने को इधर बैलेंस निकलूगा सो ये डिपेंड करता कि किहड़ी साइड दी अमाउंट ज़्यादा वा दैन सेम लाइक अगर ओपनिंग बैलेंस स्टार्ट होया होया ओवरड्राफ्ट ऑलरेडी थोड़े को ओवरड्राफ्ट ऑलरेडी थोड़ी जी पेमेंट्स पिछले साल ज़्यादा सी रिसीट नाल सो उतों स्टार्ट होगा ओवरड्राफ्ट अगर बैलेंस हैगा तो इतों स्टार्ट होगा अगर ओवरड्राफ्ट है तो क्रेडिट साइड तो स्टार्ट होगा दैन क्रेडिट साइड के उत्ते पेमेंट्स करनियां ने सो पेमेंट्स कैश पेमेंट किहदे लई हो सकती है फिक्स एसेट दी कोई आप एसेट परचेज की है सपोर्ट्स इक्विपमेंट परचेज किया इन्वेस्टमेंट परचेज की लाइब्रेरी बुक्स परचेज की रिपेयर की कोई प्राइजेस पेड किए कोई
सैलरी पे की, एंटरटेनमेंट एक्सपेंसिस, प्रिंटिंग, न्यूज़पेपर, पोस्टेज, बार परचेज, बार एक्सपेंसिस, अनकीप ऑफ लॉन्स, जिवें लॉन बने होंदे ने, पार्क्स ਬਣੀਆਂ ਹੁੰਦੀਆਂ ਨੇ, ਪਾਰਕਸ ਨੂੰ ਮੇਨਟੇਨ ਕਰਨ ਲਈ ਉਹਦੀ ਗ੍ਰਾਸ ਕਟਿੰਗ ਤੋਂ ਲੈ ਕੇ, ਦੈਨ ਰੈਂਟ, ਮਿਊਨਿਸਪਲ ਟੈਕਸਸ, ਇੰਸ਼ੋਰੈਂਸ, ਚੈਰਿਟੀ, ਲੈਗੇਸੀ ਚਾਰजेस, ਆਡਿਟ ਫੀਸ। ਸੋ ਇੱਥੇ ਤੱਕ ਸਾਰੀਆਂ ਪੇਮੈਂਟਸ ਨੇ ਜਿਹੜੀਆਂ ਆਪਾਂ ਕ੍ਰੈਡਿਟ ਸਾਈਡ ਰਿਕਾਰਡ ਕਰ। ਹੁਣ ਇਹ ਬਾਏ ਬੈਲੈਂਸ ਕੈਰੀਡ ਆਊਟ ਨਿਕਲਿਆ ਹੋਇਆ, ਇਹਦਾ ਮਤਲਬ ਆ ਕਿ ਤੁਹਾਡੀ ਡੈਬਿਟ ਸਾਈਡ ਅਗਰ ਇੱਥੋਂ ਲੈ ਕੇ ਟੂ ਬੈਲੈਂਸ ਬ੍ਰੌਡ ਤੋਂ ਲੈ ਕੇ ਇੱਥੇ ਤੱਕ ਟੂ ਮਿਸਲੇਨੀਅਸ ਰਿਸੀਟ ਤੱਕ ਆ, ਅਗਰ ਇਹਦਾ ਟੋਟਲ ਇਸ ਸਾਈਡ ਦਾ ਇਸ ਸਾਈਡ ਦੇ ਟੋਟਲ ਤੋਂ ਜ਼ਿਆਦਾ ਵਾ ਫਿਕਸ ਐਸਟ ਤੋਂ ਲੈ ਕੇ ਆਡਿਟ ਫੀਸ ਤੱਕ, ਦੈਨ ਤੁਹਾਡੇ ਕੋਲ ਆ ਬੈਲੈਂਸ ਨਿਕਲੂਗਾ ਬਾਏ ਬੈਲੈਂਸ ਕੈਸ਼ ਇਨ ਹੈਂਡ। ਅਗਰ ਤੁਹਾਡਾ ਆਲਰੇਡੀ ਲਾਸ ਦੇ ਵਿੱਚ ਆ, ਲਾਸਟ ਈਅਰ ਤੁਹਾਡੀਆਂ ਪੇਮੈਂਟ ਜ਼ਿਆਦਾ ਹੋਈਆਂ, ਰਿਸੀਵਡ ਘੱਟ ਹੋਈਆਂ, ਦੈਨ ਤੁਹਾਡਾ ਕੁਐਸਚਨ ਸਟਾਰਟ ਹੋਗਾ ਇੱਥੋਂ। ਦੈਨ ਅਗਰ ਇਸ ਸਾਲ ਕ੍ਰੈਡਿਟਸ ਆਈਟਮ ਜ਼ਿਆਦਾ ਨੇ, ਡੈਬਿਟ ਆਈਟਮ ਘੱਟ ਨੇ, ਤਾਂ ਤੁਹਾਡਾ ਬੈਲੈਂਸ ਇੱਥੇ ਨਿਕਲੂਗਾ ਬਾਏ ਬੈਲੈਂਸ ਕੈਰੀਡ ਆਊਟ। ਐਟ ਮੀਨਸ ਓਵਰਡਰਾਫਟ। ਓਵਰਡਰਾਫਟ ਦਾ ਮਤਲਬ ਆ ਕਿ ਤੁਸੀਂ ਪੇਮੈਂਟ ਜ਼ਿਆਦਾ ਕਰਤੀ ਹੈ, ਰਿਸੀਵਿੰਗ ਤੁਹਾਡੇ ਕੋਲ ਘੱਟ ਹੋਈ ਆ, ਸੋ ਬੈਂਕ ਤੁਹਾਨੂੰ ਓਵਰਡਰਾਫਟ ਦੇ ਦਿੰਦਾ। ਲਾਈਕ ਤੁਹਾਡੇ ਪੇਮੈਂਟਸ ਬੈਂਕ ਕਈ ਵਾਰ ਪੇ ਕਰ ਦਿੰਦਾ, ਠੀਕ ਆ, ਤੁਹਾਨੂੰ ਅਲਾਓ ਕਰ ਦਿੰਦਾ ਕਿ ਤੁਸੀਂ ਪੇਮੈਂਟ ਕਰ ਲਓ, ਬਟ ਉਹਦੀ ਜਿਹੜੀ ਪੇਮੈਂਟ ਹੁੰਦੀ ਹੈ ਤੁਹਾਨੂੰ ਅਗਲੇ ਸਾਲ ਕਰਨੀ ਹੈ। ਸੋ ਇਹ ਇੱਕ ਪਰਫਾਰਮਾ ਸੀਗਾ, ਦਿਸ ਪਰਫਾਰਮਾ ਆਫ ਰਿਸੀਟ ਐਂਡ ਪੇਮੈਂਟ ਅਕਾਊਂਟ। ਓਕੇ, ਸੋ ਆਈ ਥਿੰਕ ਅੱਜ ਦੇ ਲਈ ਟੌਪਿਕ ਇੰਨਾ ਬਹੁਤ ਆ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆਪਾਂ ਅਗਲੇ ਟੌਪਿਕ 'ਚ ਕਰਾਂਗੇ। ਸੋ ਫਿਲਹਾਲ ਤੁਸੀਂ ਰਿਸੀਟ ਐਂਡ ਪੇਮੈਂਟ ਅਕਾਊਂਟ ਨੂੰ ਸਮਝੋ ਕਿੱਦਾਂ ਦਾ ਅਕਾਊਂਟ ਆ, ਉਹਦੇ ਫੀਚਰਸ ਕੀ ਨੇ, ਠੀਕ ਆ, ਫੀਚਰਸ ਸਮਝ ਲਓ ਸਾਰੇ, ਦੈਨ ਮੀਨਿੰਗ, ਫੀਚਰਸ ਤੇ ਪਰਫਾਰਮਾ ਸਮਝ ਲਓ, ਪਰਫਾਰਮਾ 'ਚ ਕੀ ਆਈਟਮਸ ਆਉਂਦੀਆਂ ਨੇ। ਨੈਕਸਟ ਟੌਪਿਕ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਆਪਾਂ ਇਨਕਮ ਐਂਡ ਪੇਮੈਂਟਸ ਦੀ ਗੱਲ, ਅਕਾਊਂਟ ਦੀ ਗੱਲ ਕਰਾਂਗੇ, ਠੀਕ ਆ। ਦੈਨ ਫਿਰ ਦੋਨਾਂ 'ਚ ਡਿਫਰੈਂਸ ਕੀ ਆ, ਦੈਨ ਫਿਰ ਆਪਾਂ ਇਹਦੇ ਪ੍ਰੈਕਟੀਕਲ ਕੁਐਸਚਨ ਸਟਾਰਟ ਕਰਾਂਗੇ। ਥੈਂਕ ਯੂ ਵੈਰੀ ਮਚ।